प्यारे बच्चों नमस्कार। ਅੱਜ ਅਸੀਂ ਇਕਾਂਗੀ ਭਾਗ ਦੇ ਵਿੱਚੋਂ ਬੰਬ ਕੇਸ ਇਕਾਂਗੀ ਦੇ ਬਾਰੇ ਪੜ੍ਹਾਂਗੇ। ਸਭ ਨਾਲੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਕਾਂਗੀ ਕੀ ਹੁੰਦੀ ਹੈ। ਇਕਾਂਗੀ ਨਾਟਕ ਦੇ ਨਾਲ ਹੀ ਮਿਲਦੀ ਜੁਲਦੀ ਹੈ। ਨਾਟਕ ਦਾ ਆਕਾਰ ਵੱਡਾ ਹੁੰਦਾ ਹੈ ਪਰ ਇਕਾਂਗੀ ਦਾ ਆਕਾਰ ਨਾਟਕ ਨਾਲੋਂ ਛੋਟਾ ਹੁੰਦਾ ਹੈ। ਨਾਟਕ ਦੇ ਵਿੱਚ 25 ਤੋਂ 30 ਪਾਤਰ ਹੋ ਸਕਦੇ ਹਨ ਪਰ ਇਕਾਂਗੀ ਦੇ ਵਿੱਚ 5 ਜਾਂ 6 ਪਾਤਰ ਹੁੰਦੇ ਹਨ। ਹੁਣ ਅਸੀਂ ਬੰਬ ਕੇਸ ਇਕਾਂਗੀ ਦੇ ਬਾਰੇ ਪੜ੍ਹਾਂਗੇ। ਬੰਬ ਕੇਸ ਇਕਾਂਗੀ ਬਲਵੰਤ ਗਾਰਗੀ द्वारा लिखी हुई है। थानेदार सिपाही बीरांवाली दी धी दीपो, बीरांवाली दा पुत्र वजीरा, बीरांवाली दी गुआंढन माना इस इकांगी दे पात्र हैं। थानेदार सिपाही नत्था सिंह नूं नाल लै के इलाके दी गश्त करदा है। थानेदार थाने दे विच नवां थानेदार आया है ते ओह इलाके दे लोकां उत्ते रोह पाउणा चाहुंदा है। सिपाही थानेदार नूं दसदा है कि इस इलाके दे लोग बहुत चोरियां करते हैं। इस इलाके च बहुत डाके पैंदे हैं, चोरियां हुंदियां हैं। पर हुण तुसीं आ गए हो, जे तुहाडीआं गश्तां इसे तरह ही चलदियां रहियां तां सारे डाकू चोर सुसरी वांग सौ जाणगे। ते अगों थानेदार सिपाही नूं कहंदा है कि मैं सारे बदमाशां दा मक्कू ठप दिआंगा। मेरे मारन दा तरीका बाकियां नालों वखरा है। सिपाही थानेदार नूं होर गल्लां दसदा है ते कहंदा है कि इस इलाके दे विच लोग हथियार भी बनाउंदे हन ते एक वजीरे नां दा आदमी बंब भी बनाउंदा है। ते सिपाही नूं थानेदार कहंदा है कि ओह वजीरे नूं इक्को ही छतराल फेर के सारी गल पुछ लेगा ते उसदी बदमाशी कढ़ देगा। सिपाही ते थानेदार अगे चले जाते हैं ते सिपाही जड़ा है वो थानेदार दी खूब खुशामद करता है। हुण स्टेज दे उत्ते बीरांवाली ते उसदी धी दीपो आ जाते हैं ते वो दोनों आपस च गल्लां बातां करदियां हन ते उन्हां दी गलबात तो पता चलदा है कि वो शरणार्थी हन ते उन्हां दी हालत बहुत खस्ता है। वो बहुत गरीबी चों गुजर रहे हैं। दीपो स्टेज तो चली जाती है ते बीरांवाली दी गुआंढन माना स्टेज ते आ जाती है। दोवें आपस विच गल्लां बातां करदियां हन। माना उसनूं कहंदी है कि सरकार
ਗਰੀਬਾਂ ਦੇ ਲਈ, ਸ਼ਰਨਾਰਥੀਆਂ ਦੇ ਲਈ ਕੋਈ ਵੀ ਕੰਮ ਨਹੀਂ ਕਰ ਰਹੀ। ਪਰ ਵੀਰਾਂ ਵਾਲੀ ਮਾਨਾਂ ਨੂੰ ਕਹਿੰਦੀ ਹੈ ਕਿ ਸਰਕਾਰ ਸ਼ਰਨਾਰਥੀਆਂ ਲਈ, ਰਿਫਿਊਜ਼ੀਆਂ ਲਈ ਕੋਠੀਆਂ ਬਣਾ ਕੇ ਦੇ ਰਹੀ ਹੈ, ਉਹਨਾਂ ਨੂੰ ਸਰਕਾਰੀ ਬੰਗਲੇ ਬਣਾ ਕੇ ਦੇ ਰਹੀ ਹੈ। ਪਰ ਮਾਨਾਂ ਵੀਰਾਂ ਵਾਲੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੀ। ਹੁਣ ਸਿਪਾਹੀ ਤੇ ਥਾਣੇਦਾਰ ਵੀਰਾਂ ਵਾਲੀ ਦੇ ਕੋਲ ਆ ਜਾਂਦੇ ਹਨ ਤੇ ਉਸਨੂੰ ਉਸਦੇ ਪੁੱਤਰਾਂ ਦੇ ਬਾਰੇ ਤੇ ਉਹਨਾਂ ਦੇ ਕੰਮਾਂ ਬਾਰੇ ਤੇ ਉਹਨਾਂ ਦੇ ਨਾਵਾਂ ਬਾਰੇ ਪੁੱਛਦੇ ਹਨ। ਤੇ ਅੱਗੋਂ ਵੀਰਾਂ ਵਾਲੀ ਥਾਣੇਦਾਰ ਨੂੰ ਕਹਿੰਦੀ ਹੈ ਕਿ ਤੁਸੀਂ ਸਰਕਾਰ ਦੇ ਭੇਜੇ ਹੋਏ ਬੰਦੇ ਹੋ ਤੇ ਮੇਰੇ ਪੁੱਤਰਾਂ ਨੂੰ ਸਰਕਾਰੀ ਕੋਠੀ ਦੇਣ ਲਈ ਉਹਨਾਂ ਦੇ ਨਾਂ ਲਿਖਣ ਆਏ ਹੋ। ਅੱਗੋਂ ਥਾਣੇਦਾਰ ਵੀ ਚਲਾਕੀ ਨਾਲ ਕਹਿੰਦਾ ਹੈ ਕਿ ਹਾਂ, ਅਸੀਂ ਤੁਹਾਡਾ ਨਾਂ, ਤੁਹਾਡੇ ਪੁੱਤਰਾਂ ਦਾ ਨਾਂ ਲਿਖਾਂਗੇ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਿਆਂਗੇ ਤੇ ਖਾਣ ਨੂੰ ਮੁਫਤ ਖਾਣਾ ਵੀ ਦਿਆਂਗੇ। ਤੇ ਵੀਰਾਂ ਵਾਲੀ ਆਪਣੇ ਤਿੰਨੇ ਪੁੱਤਰਾਂ ਦੇ ਬਾਰੇ ਦੱਸਣਾ ਸ਼ੁਰੂ ਕਰਦੀ ਹੈ। ਉਹ ਕਹਿੰਦੀ ਹੈ ਕਿ ਮੇਰਾ ਇੱਕ ਪੁੱਤਰ ਕਰਨੈਲ ਸਹੁਰੇ ਗਿਆ ਹੋਇਆ ਹੈ ਤੇ ਦੂਜਾ ਪੁੱਤਰ ਜਰਨੈਲ ਮੇਲੇ ਦੇ ਵਿੱਚ ਰੰਗਲੀਆਂ ਪੀੜ੍ਹੀਆਂ ਵੇਚਣ ਗਿਆ ਹੋਇਆ ਹੈ। ਤੇ ਥਾਣੇਦਾਰ ਪੁੱਛਦਾ ਹੈ ਕਿ ਤੇਰਾ ਤੀਜਾ ਪੁੱਤਰ ਕਿੱਥੇ ਹੈ? ਤੇ ਵੀਰਾਂ ਵਾਲੀ ਅੱਗੋਂ ਜਵਾਬ ਦਿੰਦੀ ਹੈ ਕਿ ਮੇਰਾ ਤੀਸਰਾ ਪੁੱਤਰ ਵਜ਼ੀਰਾ ਬੁੱਗੇ ਮੱਲ ਦੇ ਘਰ ਉਸ ਦੀ ਡਿਓੜੀ ਦੇ ਦਰਵਾਜ਼ੇ ਨੂੰ ਠੋਕਣ ਭੰਨਣ ਗਿਆ ਹੈ। ਇੰਨੇ ਨੂੰ ਵਜ਼ੀਰਾ ਆ ਜਾਂਦਾ ਹੈ। ਵਜ਼ੀਰਾ ਸ਼ਰਨਾਰਥੀ ਸੀ। ਉਸਨੇ ਆਪਣਾ ਕੰਮਕਾਜ ਚਲਾਉਣ ਲਈ, ਰੋਜੀ ਰੋਟੀ ਕਮਾਉਣ ਲਈ ਬਹੁਤ ਪਾਪੜ ਵੇਲੇ, ਬਹੁਤ ਸਾਰੇ ਕੰਮ ਕੀਤੇ। ਹੁਣ ਉਹ ਟਾਂਗੇ ਦੇ ਬੰਬ ਬਣਾ ਕੇ ਗੁਜ਼ਾਰਾ ਕਰਦਾ ਹੈ। ਤੇ ਥਾਣੇਦਾਰ ਵਜ਼ੀਰੇ ਨੂੰ ਪੁੱਛਦਾ ਹੈ ਕਿ ਉਹ ਕਿਹੜਾ ਕੰਮ ਕਰਦਾ ਹੈ। ਤਾਂ ਵਜ਼ੀਰਾ ਅੱਗੋਂ ਜਵਾਬ ਦਿੰਦਾ ਹੈ ਕਿ ਉਹ ਬੰਬ ਬਣਾਉਂਦਾ ਹੈ। ਇੰਨੀ ਗੱਲ ਕਹਿੰਦੇ ਸਾਰ ਹੀ ਥਾਣੇਦਾਰ ਸਿਪਾਹੀ ਨੂੰ ਕਹਿੰਦਾ ਹੈ ਕਿ ਉਹ ਇਸ ਬੰਦੇ ਨੂੰ ਹੱਥਕੜੀ ਲਗਾ ਦੇਵੇ। ਮੈਂ ਬਹੁਤ ਪੁਰਾਣਾ ਮੁਜਰਮ ਫੜਿਆ ਹੈ। ਤੇ ਵੀਰਾਂ ਵਾਲੀ ਵੀ ਅੰਦਰੋਂ ਬਾਹਰ ਆ ਜਾਂਦੀ ਹੈ ਤੇ ਰੌਲਾ ਪਾਉਂਦੀ ਹੈ ਕਿ ਥਾਣੇਦਾਰ ਸਾਹਿਬ, ਤੁਸੀਂ ਮੇਰੇ ਪੁੱਤਰ ਨੂੰ ਕਿਉਂ ਫੜ ਲਿਆ ਹੈ? ਤੇ ਵੀਰਾਂ ਵਾਲੀ ਸਪਸ਼ਟੀਕਰਨ ਦਿੰਦੀ ਹੈ ਕਿ ਇਹ ਬਹੁਤ ਵੱਡੇ ਵੱਡੇ ਅਫਸਰਾਂ, ਸਰਦਾਰਾਂ, ਚੌਧਰੀਆਂ ਦੇ ਘਰ ਵੀ ਬੰਬ ਬਣਾ ਕੇ ਭੇਜਦਾ ਹੈ। ਤੇ ਥਾਣੇਦਾਰ ਅੱਗੋਂ ਜਵਾਬ ਦਿੰਦਾ ਹੈ ਕਿ ਬੁੜੀਏ, ਤੂੰ ਤੇ ਹੁਣ ਸਵੈਦ ਪੋਸ਼ਾਂ ਨੂੰ ਵੀ ਵਿੱਚੇ ਲੈਣ ਲੱਗੀ ਏ। ਤੇ ਇਸ ਤੋਂ ਬਾਅਦ ਵਜ਼ੀਰਾ ਤੇ ਉਸ ਦੀ ਮਾਂ ਵੀਰਾਂ ਵਾਲੀ ਕਹਿੰਦੇ ਨੇ ਕਿ ਉਹ ਟਾਂਗੇ ਦੇ ਬੰਬ ਬਣਾਉਂਦਾ ਹੈ। ਤੇ ਥਾਣੇਦਾਰ ਅੱਗੋਂ ਜਵਾਬ ਦਿੰਦਾ ਹੈ ਤੇ ਕਹਿੰਦਾ ਹੈ ਕਿ ਵਜ਼ੀਰਿਆ, ਤੂੰ ਚਲਾਕੀ ਦੇ ਨਾਲ ਨਿਕਲਣਾ ਚਾਹੁੰਦਾ ਹੈ। ਤੇ ਥਾਣੇਦਾਰ ਸਿਪਾਹੀ ਨੂੰ ਕਹਿੰਦਾ ਹੈ ਕਿ ਤੂੰ ਵਜ਼ੀਰੇ ਨੂੰ ਖਿੱਚ ਕੇ ਲੈ ਜਾ। ਤੇ ਥਾਣੇਦਾਰ ਵੀਰਾਂ ਵਾਲੀ ਨੂੰ ਵੀ ਧਮਕਾਉਂਦਾ ਹੈ ਤੇ ਕਹਿੰਦਾ ਹੈ ਕਿ ਬੁੜੀਏ, ਜੇ ਤੂੰ ਵਿੱਚ ਆਈ ਤਾਂ ਤੈਨੂੰ ਵੀ ਵਿੱਚ ਹੀ ਗ੍ਰਿਫਤਾਰ ਕਰ ਲਵਾਂਗੇ। ਥਾਣੇਦਾਰ ਕਹਿੰਦਾ ਹੈ ਕਿ ਵਜ਼ੀਰਿਆ, ਤੈਨੂੰ ਥਾਣੇ ਦੀ ਹਵਾਲਾਤ ਵਿੱਚ ਤੁੰਨ ਕੇ ਛਿੱਤਰਾਂ ਨਾਲ ਪੁੱਛਾਂਗੇ ਕਿ ਤੂੰ ਕਿਹੜੇ ਬੰਬ ਬਣਾਉਂਦਾ ਏ। ਤੇ ਦੋਨੇ ਜਣੇ ਵਜ਼ੀਰੇ ਨੂੰ ਘਸੀਟ ਕੇ ਲੈ ਜਾਂਦੇ ਹਨ
ਤੇ ਪਿੱਛੇ ਵੀਰਾਂ ਵਾਲੀ ਰੌਲਾ ਪਾਉਂਦੀ ਰਹਿੰਦੀ ਹੈ। ਬੱਚਿਓ, ਤੁਸੀਂ ਇਸ ਇਕਾਂਗੀ ਦੇ ਸਾਰ ਨੂੰ ਧਿਆਨ ਦੇ ਨਾਲ ਸੁਣਨਾ ਹੈ ਤੇ ਇਸ ਨੂੰ ਆਪਣੀ ਕਾਪੀ ਦੇ ਉੱਤੇ ਲਿਖਣਾ ਹੈ, ਨੋਟ ਕਰਨਾ ਹੈ। ਇਕਾਂਗੀ ਸਮਾਪਤ ਹੋਈ। ਧੰਨਵਾਦ।